ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਲੂਪਿੰਗ ਦੇ ਵਿੱਚ ਸਾਡਾ ਅੱਜ ਦਾ ਨੈਕਸਟ ਟੌਪਿਕ ਹੈ ਡੂ ਵਾਈਲ ਲੂਪ। ਤਾਂ ਸਭ ਤੋਂ ਪਹਿਲਾਂ ਡੂ ਵਾਈਲ ਲੂਪ ਵੀ ਇੱਕ ਲੂਪਿੰਗ ਦਾ ਕਨਸੈਪਟ ਹੀ ਹੈਗਾ ਜਿਹੜਾ ਕਿ ਤੁਹਾਡੀਆਂ ਸਟੇਟਮੈਂਟਸ ਨੂੰ, ਤੁਹਾਡੇ ਬਲੌਕ ਨੂੰ ਨੰਬਰ ਆਫ ਟਾਈਮਸ ਐਗਜ਼ੀਕਿਊਟ ਕਰ ਸਕਦਾ ਡਿਪੈਂਡਿੰਗ ਅਪੋਨ ਦਾ ਕੰਡੀਸ਼ਨ। ਡੂ ਵਾਈਲ ਲੂਪ ਤੁਹਾਡਾ ਐਗਜ਼ਿਟ ਕੰਟਰੋਲ ਲੂਪ ਹੈ। ਮੀਨਸ ਦ ਟੈਸਟ ਕੰਡੀਸ਼ਨ ਇਜ਼ ਟੈਸਟਡ ਔਰ ਇਵੈਲੂਏਟਡ ਐਟ ਦ ਐਂਡ ਆਫ ਲੂਪ ਬੋਡੀ। ਤੁਹਾਡੀ ਜਿਹੜੀ ਕੰਡੀਸ਼ਨ ਹੈ ਉਹ ਲੂਪ ਬੋਡੀ ਐਗਜ਼ੀਕਿਊਟ ਹੋਣ ਤੋਂ ਬਾਅਦ ਦੇ ਵਿੱਚ ਚੈੱਕ ਕੀਤੀ ਜਾਂਦੀ ਹੈ। ਡੂ ਵਾਈਲ ਦਾ ਸਿੰਟੈਕਸ ਹੈ, ਸਭ ਤੋਂ ਪਹਿਲਾਂ ਤੁਹਾਡੀ ਇਨੀਸ਼ੀਅਲਾਈਜੇਸ਼ਨ ਐਕਸਪ੍ਰੈਸ਼ਨ ਮਤਲਬ ਸਟਾਰਟਿੰਗ ਵੈਲਿਊ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ। ਡੂ ਦੈਨ ਉਸ ਦਾ ਬਲੌਕ, ਉਹਦੇ ਵਿੱਚ ਉਹ ਸਟੇਟਮੈਂਟ ਜਿਹੜੀਆਂ ਤੁਸੀਂ ਐਗਜ਼ੀਕਿਊਟ ਕਰਨਾ ਚਾਹੁੰਦੇ ਹੋਗੇ। ਅਪਡੇਟ ਐਕਸਪ੍ਰੈਸ਼ਨ ਦੈਨ ਵਾਈਲ ਬ੍ਰੈਕਟ ਦੇ ਵਿੱਚ ਕੰਡੀਸ਼ਨ ਪਿੱਛੇ ਸੈਮੀਕੋਲਨ। ਤਾਂ ਇੱਥੇ ਇੱਕ ਚੀਜ਼ ਨੋਟ ਕਰਿਓ, ਡੂ ਵਾਈਲ ਲੂਪ ਇਹੋ ਜਿਹਾ ਲੂਪ ਹੈ ਜਿਹਦੇ ਵਿੱਚ ਕੰਡੀਸ਼ਨ ਦੇ ਪਿੱਛੇ ਸੈਮੀਕੋਲਨ ਆਉਂਦਾ ਗਾ। ਇਸ ਤੋਂ ਪਹਿਲਾਂ ਅਸੀਂ ਇਫ ਐਲਸ, ਨੈਸਟਡ ਇਫ ਐਲਸ, ਵਾਈਲ ਲੂਪ ਜਿੰਨਾ ਵੀ ਕੀਤਾ ਅਸੀਂ ਕਦੇ ਵੀ ਕੰਡੀਸ਼ਨ ਦੇ ਪਿੱਛੇ ਸੈਮੀਕੋਲਨ ਨਹੀਂ ਪਾਇਆ ਗਾ। ਤਾਂ ਡੂ ਵਾਈਲ ਲੂਪ ਦੇ ਵਿੱਚ ਇੱਕ ਚੀਜ਼ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਜਿਹੜੀ ਤੁਹਾਡੀ ਕੰਡੀਸ਼ਨ ਹੈ ਉਹ ਬਾਅਦ ਦੇ ਵਿੱਚ ਆ ਰਹੀ ਹੈ। ਅਸੀਂ ਇੱਥੇ ਚੈੱਕ ਕਰ ਰਹੇ ਹਾਂ, ਦੈਟ ਮੀਨਸ ਪਹਿਲਾਂ ਤੁਸੀਂ ਲੂਪ ਦੇ ਵਿੱਚ ਐਂਟਰ ਕਰੋਗੇ, ਲੂਪ ਨੂੰ ਐਗਜ਼ੀਕਿਊਟ ਕਰੋਗੇ, ਉਸ ਤੋਂ ਬਾਅਦ ਕੰਡੀਸ਼ਨ ਚੈੱਕ ਹੋਏਗੀ। ਜੇਕਰ ਕੰਡੀਸ਼ਨ ਟਰੂ ਤਾਂ ਦੁਬਾਰਾ ਤੋਂ ਲੂਪ ਦੀ ਐਗਜ਼ੀਕਿਊਸ਼ਨ ਸ਼ੁਰੂ, ਕੰਡੀਸ਼ਨ ਫਾਲਸ ਤਾਂ ਜੇਕਰ ਕੰਡੀਸ਼ਨ ਫਾਲਸ ਸੀ ਤਾਂ ਇੱਕ ਵਾਰ ਐਗਜ਼ੀਕਿਊਟ ਕਰਨ ਤੋਂ ਬਾਅਦ ਉਹ ਲੂਪ ਤੋਂ ਬਾਹਰ ਚਲਾ ਜਾਂਦਾ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਡੂ ਵਾਈਲ ਲੂਪ ਇੱਕ ਇਹੋ ਜਿਹਾ ਲੂਪ ਹੈ ਜਿਹੜਾ ਐਟਲੀਸਟ ਵੰਸ ਤਾਂ ਐਗਜ਼ੀਕਿਊਟ ਹੋਏਗਾ ਹੀ ਹੋਏਗਾ। ਕੰਡੀਸ਼ਨ ਤੁਹਾਡੀ ਟਰੂ ਹੈ ਜਾਂ ਫਾਲਸ ਹੈ, ਬਟ ਇੱਕ ਵਾਰ ਜਿਹੜਾ ਤੁਹਾਡਾ ਫੋਰ ਲੂਪ ਹੈ ਉਹ ਇੱਕ ਵਾਰ ਐਗਜ਼ੀਕਿਊਟ ਹੋਏਗਾ ਹੀ ਹੋਏਗਾ। ਤਾਂ ਇੱਕ ਇੱਥੇ ਸੈਮੀਕੋਲਨ ਤੁਸੀਂ ਨੋਟ ਕੀਤਾ ਕਿ ਇਹਦੇ ਵਿੱਚ ਅਸੀਂ ਸੈਮੀਕੋਲਨ ਪਾ ਰਹੇ ਹਾਂਗੇ। ਸੈਕਿੰਡ, in do while loop the loop body will execute at least once irrespective of the test condition। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੂਪ ਦੇ ਵਿੱਚ ਕੰਡੀਸ਼ਨ ਟਰੂ ਹੈ ਜਾਂ ਫਾਲਸ ਹੈ, ਇੱਕ ਵਾਰ ਲੂਪ ਘੱਟੋ ਘੱਟ ਚੱਲੂਗਾ ਹੀ ਕਿਉਂਕਿ ਕੰਡੀਸ਼ਨ ਤੁਸੀਂ ਚੈੱਕ ਹੀ ਬਾਅਦ ਦੇ ਵਿੱਚ ਕਰ ਰਹੇ ਹੋ। ਦੈਨ ਉਸ ਨੂੰ ਫਲੋ ਡਾਇਗਰਾਮ ਦੇ ਥਰੂ ਅਸੀਂ ਦੇਖਦੇ ਹਾਂਗੇ। ਤਾਂ ਤੁਹਾਡੇ ਡੂ ਵਾਈਲ ਦੀ ਬੋਡੀ ਜਿਹੜੀ ਸਭ ਤੋਂ ਪਹਿਲਾਂ ਹੀ ਐਗਜ਼ੀਕਿਊਟ ਹੋਏਗੀ, ਉਸ ਤੋਂ ਬਾਅਦ ਕੰਡੀਸ਼ਨ ਚੈੱਕ, ਜੇਕਰ ਕੰਡੀਸ਼ਨ ਫਾਲਸ ਤਾਂ ਤੁਸੀਂ ਲੂਪ ਚੋਂ ਬਾਹਰ, ਜੇਕਰ ਕੰਡੀਸ਼ਨ ਟਰੂ ਤਾਂ ਦੁਬਾਰਾ ਤੋਂ ਫਿਰ ਲੂਪ ਨੇ ਐਗਜ਼ੀਕਿਊਟ ਕਰੋਗੇ। ਯਾਨੀ ਕਿ ਕੰਡੀਸ਼ਨ ਟਰੂ ਹੋਵੇ ਜਾਂ ਫਾਲਸ ਹੋਵੇ, ਇੱਕ ਵਾਰ ਆਹ ਵਾਲੀ ਚੀਜ਼ ਨੂੰ ਤੁਸੀਂ ਐਗਜ਼ੀਕਿਊਟ ਕਰੋਗੇ, ਉਸ ਤੋਂ ਬਾਅਦ ਜੇਕਰ ਕੰਡੀਸ਼ਨ ਟਰੂ ਹੈ ਤਾਂ ਦੁਬਾਰਾ ਐਗਜ਼ੀਕਿਊਸ਼ਨ, ਅਦਰਵਾਈਜ਼ ਤੁਸੀਂ ਲੂਪ ਚੋਂ ਬਾਹਰ ਹੋ ਜਾਂਦੇ ਹੋ। ਕੁਛ ਇੰਪੋਰਟੈਂਟ ਪੁਆਇੰਟਸ ਡੂ ਵਾਈਲ ਲੂਪ ਦੀ ਵਰਕਿੰਗ ਨਾਲ ਰਿਲੇਟਡ। ਦ ਬੋਡੀ ਆਫ ਡੂ ਵਾਈਲ ਲੂਪ ਇਜ਼ ਐਗਜ਼ੀਕਿਊਟਡ ਵੰਸ ਓਨਲੀ ਦੈਨ ਦਾ ਟੈਸਟ ਐਕਸਪ੍ਰੈਸ਼ਨ ਇਜ਼ ਐਵੈਲੂਏਟਡ। ਤੁਸੀਂ ਲੂਪ ਦੀ ਬੋਡੀ ਨੂੰ ਐਟਲੀਸਟ ਵੰਸ ਐਗਜ਼ੀਕਿਊਟ ਕਰੋਗੇ, ਉਸ ਤੋਂ ਬਾਅਦ ਕੰਡੀਸ਼ਨ ਨੂੰ ਚੈੱਕ ਕਰਦੇ ਹੋ। If the test expression is true, the body of the loop is executed again and the test expression is evaluated। ਜੇਕਰ ਤੁਸੀਂ ਇਹ ਬੋਡੀ ਐਗਜ਼ੀਕਿਊਟ ਕਰਨ ਤੋਂ ਬਾਅਦ ਦੇ ਵਿੱਚ ਕੰਡੀਸ਼ਨ ਚੈੱਕ ਕੀਤੀ ਤੇ ਕੰਡੀਸ਼ਨ ਟਰੂ ਹੈ ਤਾਂ ਦੁਬਾਰਾ ਤੋਂ ਫਿਰ ਤੁਸੀਂ ਲੂਪ ਨੂੰ ਐਗਜ਼ੀਕਿਊਟ ਕਰਦੇ ਹੋ। ਦਿਸ ਪ੍ਰੋਸੈਸ ਗੋਜ਼ ਔਨ ਅੰਟਿਲ ਦ ਟੈਸਟ ਐਕਸਪ੍ਰੈਸ਼ਨ ਬਿਕਮਸ ਫਾਲਸ। ਇਹ ਤੁਸੀਂ ਉਨਾ ਟਾਈਮ ਕਰਦੇ ਰਹੋਗੇ, ਮੀਨਸ ਬੋਡੀ ਐਗਜ਼ੀਕਿਊਟ, ਕੰਡੀਸ਼ਨ ਚੈੱਕ, ਦੈਨ ਅਗੇਨ ਬੋਡੀ ਐਗਜ਼ੀਕਿਊਟ, ਅਗੇਨ ਕੰਡੀਸ਼ਨ ਚੈੱਕ। ਤਾਂ ਇਸ ਪ੍ਰੋਸੈਸ ਨੂੰ ਤੁਸੀਂ ਉਨਾ ਟਾਈਮ ਰਿਪੀਟ ਕਰੀ ਜਾਓਗੇ ਜਿੰਨਾ ਟਾਈਮ ਤੁਹਾਡੀ ਇਹ ਕੰਡੀਸ਼ਨ ਟਰੂ ਹੈ। ਇਫ ਦ ਟੈਸਟ ਐਕਸਪ੍ਰੈਸ਼ਨ ਇਜ਼ ਫਾਲਸ ਦ ਲੂਪ ਐਂਡਸ। ਜਿੱਥੇ ਜਾ ਕੇ ਤੁਹਾਡੀ ਕੰਡੀਸ਼ਨ ਫਾਲਸ, ਤੁਸੀਂ ਲੂਪ ਚੋਂ ਬਾਹਰ ਹੋ ਜਾਓਗੇ, ਤੁਹਾਡੇ ਲੂਪ ਦੀ ਵਰਕਿੰਗ ਉੱਥੇ ਐਂਡ ਹੋ ਜਾਏਗੀ। ਨੈਕਸਟ ਕੁਛ ਐਗਜ਼ਾਮਪਲਸ ਕਰਦੇ ਹਾਂ ਅਸੀਂ ਡੂ ਵਾਈਲ ਲੂਪ ਦੀਆਂ, ਜਿਨ੍ਹਾਂ ਦੇ ਵਿੱਚ ਤੁਸੀਂ ਹੈਲੋ ਪ੍ਰਿੰਟ ਕਰਕੇ ਦਿਖਾ ਰਹੇ ਹੋ। ਸਪੋਜ਼ ਤੁਸੀਂ 10 ਟਾਈਮਸ ਹੈਲੋ ਪ੍ਰਿੰਟ ਕਰਨਾ ਚਾਹੁੰਦੇ ਹੋ, ਤਾਂ ਜਿਵੇਂ ਮੈਂ ਤੁਹਾਨੂੰ ਵੈਸੇ ਕਿਹਾ ਸੀ ਕਿ ਲੂਪ ਨੂੰ ਸਿੱਖਣ ਦਾ ਤਰੀਕਾ ਤੁਸੀਂ ਯਾਦ ਰੱਖੋ ਸਟਾਰਟਿੰਗ ਵੈਲਿਊ। ਹੁਣ ਆਪਾਂ 10 ਟਾਈਮਸ ਹੈਲੋ ਪ੍ਰਿੰਟ ਕਰਨਾ ਤਾਂ ਉਹ ਬੇਸਿਕ ਗਿਣਤੀ ਕਿੱਥੋਂ ਸ਼ੁਰੂ ਕਰਾਂਗੇ, 1 to 10। ਹਰ ਵਾਰ 1 ਦੇ ਵਿੱਚ ਕੀ ਪਲੱਸ ਕਰੀ ਚੱਲਾਂਗੇ, 1 + 1 ਪਲੱਸ। ਮੀਨਸ ਸ਼ੁਰੂ ਤੋਂ ਅਸੀਂ ਕੀਤਾ ਜੇ = 1, ਡੂ ਉਹਨਾਂ ਟਾਈਮ ਕਰੇ ਕੀ ਕੰਮ ਕਰੇ, ਹੈਲੋ ਪ੍ਰਿੰਟ ਕਰੇ। ਅਤੇ ਜੇ ਨੂੰ ਹਰ ਵਾਰ 1 ਨਾਲ ਇੰਕਰੀਜ਼ ਕਰ ਲਏ, ਮਤਲਬ ਜੇ ਪਹਿਲਾਂ ਵੈਲਿਊ 1 ਸੀ ਤਾਂ ਹੁਣ ਵੈਲਿਊ ਨੂੰ 2 ਕਰ ਲਏ। ਫਿਰ ਅਸੀਂ ਕੰਡੀਸ਼ਨ ਚੈੱਕ ਕੀਤੀ, ਵਾਈਲ ਜੇ ਲੈਸ ਦੈਨ = 10, ਉਹਨਾਂ ਟਾਈਮ ਜਿੰਨਾ ਟਾਈਮ ਸਾਡੀ ਜੇ ਦੀ ਵੈਲਿਊ 10 ਤੋਂ ਛੋਟੀ ਹੈ ਜਾਂ ਬਰਾਬਰ ਨਹੀਂ ਹੁੰਦੀ। ਤਾਂ ਹੁਣ ਜੇਕਰ ਅਸੀਂ ਚੈੱਕ ਕਰੀਏ ਸਾਡੇ ਜੇ ਦੀ ਵੈਲਿਊ 1, ਕੰਡੀਸ਼ਨ ਹੈ ਕਿ ਜਿੰਨੇ 'ਚ 10 ਤੋਂ ਛੋਟੀ ਹੈ ਤਾਂ ਓਬੀਅਸ 10 ਤੋਂ ਛੋਟੀ ਹੈਗੀ ਹੈ। ਸੌਰੀ, ਇੱਥੇ ਕੰਡੀਸ਼ਨ 2 ਆਪਾਂ ਪਲੱਸ ਕਰ ਚੁੱਕੇ ਸੀ, ਤਾਂ 2 10 ਤੋਂ ਛੋਟੀ ਹੈਗੀ ਹੈ ਤਾਂ ਦੁਬਾਰਾ ਤੋਂ ਫਿਰ ਲੂਪ ਐਗਜ਼ੀਕਿਊਟ ਹੋਊਗਾ। ਫਿਰ ਉਸਨੇ ਲੂਪ ਐਗਜ਼ੀਕਿਊਟ ਕੀਤਾ, ਫਿਰ ਅਗੇਨ ਹੈਲੋ ਪ੍ਰਿੰਟ, ਲੂਪ ਦੀ ਵੈਲਿਊ 3 4 5 ਇੱਦਾਂ ਕਰਕੇ ਹੈਲੋ ਪ੍ਰਿੰਟ ਹੁੰਦਾ ਰਹੇਗਾ ਜਿੰਨਾ ਟਾਈਮ ਤੁਹਾਡੀ ਵੈਲਿਊ 10 ਹੈਗੀ ਹੈ। ਜਿੱਥੇ ਇੱਕ ਤੁਸੀਂ ਲੂਪ ਦੀ ਵੈਲਿਊ 11 ਹੁੰਦੀ ਹੈ ਉੱਥੇ ਤੁਸੀਂ ਹੋ ਜਾਓਗੇ ਲੂਪ ਚੋਂ ਬਾਹਰ। ਨੈਕਸਟ 1 to 5 ਤੁਸੀਂ ਪ੍ਰਿੰਟ ਕਰਨਾ, ਤਾਂ 1 to 5 ਪ੍ਰਿੰਟ ਕਰਨ ਦੇ ਲਈ ਓਬੀਅਸ 1 ਤੋਂ ਸ਼ੁਰੂ ਕਰੋ,
ਡੂ ਕੀ ਪ੍ਰਿੰਟ ਕਰਨਾ, i ਦੀ ਵੈਲਿਊ ਪ੍ਰਿੰਟ ਕਰਨੀ ਤਾਂ ਪਰਸੈਂਟੇਜ ਡੀ ਨਾਲ। ਇੱਥੇ ਅਸੀਂ ਹੈਲੋ ਪ੍ਰਿੰਟ ਕਰ ਰਹੇ ਸੀ ਤਾਂ ਪਰਸੈਂਟੇਜ ਡੀ ਦੀ ਲੋੜ ਨਹੀਂ ਸੀ। ਬਟ ਇਨ ਕੇਸ ਤੁਸੀਂ ਨੰਬਰ ਪ੍ਰਿੰਟ ਕਰ ਰਹੇ ਹੋ ਤਾਂ ਤੁਸੀਂ ਲਿਖੋਗੇ ਪਰਸੈਂਟੇਜ ਡੀ ਕੋਮਾ i ਦੀ ਵੈਲਿਊ ਪ੍ਰਿੰਟ ਕਰੇ, ਹਰ ਵਾਰ i ਨੂੰ 1 ਨਾਲ ਵਧਾ ਲੇ ਤੇ ਕੰਡੀਸ਼ਨ ਹੈ ਸਾਡੀ ਜਿੰਨਾ ਟਾਈਮ i ਦੀ ਵੈਲਿਊ 5 ਤੋਂ ਛੋਟੀ ਹੈ ਜਾਂ ਬਰਾਬਰ ਨਹੀਂ ਹੁੰਦੀ ਗੀ। ਨੈਕਸਟ ਡੂ ਵਾਈਲ ਲੂਪ ਦੀ ਹੈਲਪ ਨਾਲ ਤੁਸੀਂ ਟੂ ਦਾ ਟੇਬਲ ਪ੍ਰਿੰਟ ਕਰ ਰਹੇ ਹੋ ਤਾਂ ਓਬਵੀਅਸ ਤੁਹਾਡੀ ਸਟਾਰਟਿੰਗ ਵੈਲਿਊ 2, ਤੁਹਾਡੀ ਐਂਡ ਵੈਲਿਊ 20, ਹਰ ਵਾਰ ਕਿੰਨੀ ਵੈਲਿਊ ਇੰਕਰੀਜ਼ ਕਰੋਗੇ +2 ਕਰ ਦੇਣੋਗੇ। ਤੇ ਪ੍ਰਿੰਟ ਅਸੀਂ ਕੀ ਕਰਨਾ, i ਦੀ ਵੈਲਿਊ ਪ੍ਰਿੰਟ ਕਰਨੀ ਹੈ, i = 2 ਡੂ ਉਹਨਾਂ ਟਾਈਮ ਕੀ ਕਰੇ, i ਦੀ ਵੈਲਿਊ ਪ੍ਰਿੰਟ ਕਰੇ, i ਨੂੰ 2 ਨਾਲ ਵਧਾ ਲੇ 4 ਹੋ ਗਈ, ਕੰਡੀਸ਼ਨ ਟਰੂ, ਦੁਬਾਰਾ ਤੋਂ ਲੂਪ ਸ਼ੁਰੂ ਹੋ ਗਿਆ। ਫਿਰ i ਦੀ ਵੈਲਿਊ ਪ੍ਰਿੰਟ ਕੀਤੀ 4 ਪ੍ਰਿੰਟ ਹੋ ਗਈ, ਫਿਰ i ਦੀ ਵੈਲਿਊ ਵਧਾ ਲਈ 6 ਹੋ ਗਈ, ਕੰਡੀਸ਼ਨ ਹਜੇ ਵੀ ਟਰੂ। ਯਾਨੀ ਕਿ ਇੱਦਾਂ ਕਰਕੇ ਉਹ ਬਾਰ-ਬਾਰ ਲੂਪ ਨੂੰ ਐਗਜ਼ੀਕਿਊਟ ਕਰੂਗਾ ਜਿੰਨਾ ਟਾਈਮ ਤੁਹਾਡੀ ਕੰਡੀਸ਼ਨ ਟਰੂ ਹੈਗੀ ਹੈ। ਤਾਂ 2 ਤੋਂ ਲੈ ਕੇ 20 ਤੱਕ ਤੁਹਾਡਾ ਟੇਬਲ ਪ੍ਰਿੰਟ ਕਰਵਾ ਦੂਗਾ। 20 ਪ੍ਰਿੰਟ ਕਰਾਉਣ ਤੋਂ ਬਾਅਦ ਜਦੋਂ i ਦੀ ਵੈਲਿਊ ਹੋਈ 22, ਕੰਡੀਸ਼ਨ ਚੈੱਕ ਕੀਤੀ ਫਾਲਸ, ਤਾਂ ਹੁਣ ਉਹ ਉੱਪਰ ਨਹੀਂ ਜਾਊਗਾ, ਹੁਣ ਉਹ ਲੂਪ ਚੋਂ ਬਾਹਰ ਆ ਜਾਊਗਾ। ਇਹ ਸੀ ਸਾਡਾ ਫॉर ਡੂ ਵਾਈਲ ਲੂਪ। ਥੈਂਕ ਯੂ।